ਇਹ ਜਿਹੜੀਆਂ ਚੋਣਾਂ ਲੜੀਆਂ ਜਾ ਰਹੀਆਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਤੇ ਲੜੀਆਂ ਜਾ ਰਹੀਆਂ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਆਂ ਜਾ ਰਹੀਆਂ? ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜੀਆਂ ਜਾ ਰਹੀਆਂ। ਕਿਤੇ ਇਸ ਤਰ੍ਹਾਂ ਤੇ ਨਹੀਂ ਲੱਗਦਾ ਭੈਣ ਕਿ ਇਸਤੇਮਾਲ ਹੋ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਯਾਦ ਨਹੀਂ ਆਈ ਤੁਹਾਡੀ? ਮੈਂ ਤਾਂ ਰਾਜਨੀਤੀ ਕਰਨ ਆਈ ਨਹੀਂ ਹੈਗੀ, ਨਾ ਹੀ ਮੇਰੀ ਕੋਈ ਇਹੋ ਜਿਹੀ ਇੱਛਾ ਨਹੀਂ। ਇੱਦਾਂ ਤੇ ਨਹੀਂ ਕਿ ਵਰਤੇ ਜਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਸਿਆਸਤਾਂ ਦੇ ਵਿੱਚ ਕਿਤੇ ਸੰਘਰਸ਼ ਡੁੱਬ ਨਾ ਜਾਏ, ਡਰ ਇਸ ਗੱਲ ਦਾ? ਨਹੀਂ, ਤੁਸੀਂ ਇਹਨਾਂ ਨੂੰ ਬਾਅਦ 'ਚ ਕਦੀ ਕਹਿਣ ਦੀ, ਮਨਾਉਣ ਦੀ ਕੋਈ ਗੱਲ ਹੋਈ, ਕੋਈ ਕੋਸ਼ਿਸ਼ ਹੋਈ ਆ ਉਹਨਾਂ ਵੱਲੋਂ, ਕੋਈ ਗੱਲ ਕਰਨ ਦੀ ਕੋਸ਼ਿਸ਼ ਹੋਈ ਇਸ ਵਾਰ? ਦੇਖੋ ਮਾਨ ਸਾਹਿਬ ਜੀ ਨੂੰ ਅਸੀਂ ਵੀ ਬੇਨਤੀ ਕੀਤੀ, ਅਸੀਂ ਤਾਂ ਆਪਣੇ ਘਰੇ ਜਾ ਕੇ ਮਾਨ ਸਾਹਿਬ ਜੀ ਨੂੰ ਦਿਖਾਇਆ ਕਰਕੇ, ਦੇਖੋ ਮਾਨ ਸਾਹਿਬ ਜੀ ਬੰਦੀ ਸਿੰਘਾਂ ਦੇ ਘਰ ਕਿੰਨੇ ਉਜੜੇ ਹੋਏ ਨੇ, ਤੁਸੀਂ ਤਾਂ ਮਹਿਲਾਂ ਦੇ ਵਿੱਚ ਬੈਠੇ। ਜੇਕਰ ਮਾਨ ਸਾਹਿਬ ਜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਤਾਂ ਸ਼ਾਇਦ ਸਾਡੇ ਜਿਹੜੇ ਅੱਜ ਭਰਾ ਨੇ ਜਿਉਂਦੇ ਹੁੰਦੇ। ਤੁਹਾਨੂੰ ਨਹੀਂ ਲੱਗਦਾ ਕਿ ਨੌਜਵਾਨ ਜਿਹੜੇ ਆ ਉਹ ਲਾਸਟ ਜਿਹੜੀਆਂ ਸਿੱਧੂ ਮੂਸੇਵਾਲੇ ਨਾਲ ਉਹਨਾਂ ਦੀਆਂ ਫੋਟੋਜ਼ ਵਗੈਰਾ ਵਾਇਰਲ ਹੋਈਆਂ ਉਹ ਥੋੜਾ ਉਸ ਪਾਸੇ ਵੱਲ ਨੂੰ ਹੋ ਗਿਆ, ਸਿਮਰਨਜੀਤ ਸਿੰਘ ਮਾਨ ਵਾਲੇ ਪਾਸੇ? ਇਹ ਨੌਜਵਾਨਾਂ ਨੇ ਫੈਸਲਾ ਕਰਨਾ ਕਿ ਜਿਹੜੇ ਸਾਡੇ ਬੰਦੀ ਸਿੰਘ 28 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੇ ਉਜੜੇ ਹੋਏ ਘਰ ਅੱਜ ਵੀ ਉਹਨਾਂ ਦੀ ਉਡੀਕ ਕਰ ਰਹੇ ਨੇ। ਪੋਸਟਰ ਦੇਖਦੀ ਹਾਂ ਤੁਹਾਡੇ ਲੱਗੇ ਹੋਏ, ਉਹਦੇ ਤੇ ਕਿਤੇ ਵੱਡੇ ਬਾਦਲ ਸਾਹਿਬ ਜਾਂ ਛੋਟੇ ਬਾਦਲ ਸਾਹਿਬ ਦੀ ਤਸਵੀਰ ਨਜ਼ਰ ਨਹੀਂ ਆਉਂਦੀ, ਸਿਰਫ ਤੁਹਾਡੀ ਤੇ ਤੁਹਾਡੇ ਭਰਾ ਦੀ ਤਸਵੀਰ ਨਜ਼ਰ ਆਉਂਦੀ ਹੈ। ਜਦਕਿ ਅੱਜ ਤੱਕ ਮੈਨੂੰ 20 ਸਾਲ ਹੋ ਗਏ ਕਰੀਅਰ 'ਚ, ਜੋ ਵੀ ਚੋਣਾਂ ਹੁੰਦੀਆਂ ਉਹਨਾਂ ਦੀ ਤਸਵੀਰਾਂ ਜ਼ਰੂਰ ਚਮਕਦੀਆਂ ਹੁੰਦੀਆਂ, ਇਸ ਵਾਰ ਕਿਉਂ ਨਹੀਂ? ਇਸ ਵਾਰ ਇਸ ਚੀਜ਼ ਹੈ ਕਿ ਸਿੱਖਾਂ ਨੇ ਜੋ ਸੰਤਾਪ ਹੰਡਾਇਆ ਇਹ ਅਸੀਂ ਸਾਰੇ ਜਾਣਦੇ ਹਾਂ। ਮਾਣ ਹੈ ਕਿ ਸਿੱਖ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਿੱਖੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਆਸਤ ਹੋਵੇ, ਇਹ ਅਸੀਂ ਸਾਰੇ ਜਾਣਦੇ ਹਾਂ, ਸਭ ਨੂੰ ਪਤਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਫੇਰ ਤੋਂ ਪੰਥਕ ਏਜੰਡੇ ਤੇ ਵਾਪਸ ਆ ਰਹੀ ਹੈ ਤੇ ਮੂਲ ਰੂਪ ਨਾਲ, ਯਾਨੀ ਮੇਨ ਸਟ੍ਰੀਮ 'ਚ ਵਾਪਸ ਆ ਰਹੀ ਹੈਗੀ ਹੈ। ਅਸੀਂ ਸੰਗਰੂਰ 'ਚ ਬੈਠੇ ਹਾਂ, ਹਰ ਇੱਕ ਕੈਂਡੀਡੇਟ ਨਾਲ ਤੁਹਾਡੀ ਗੱਲਬਾਤ ਕਰਾ ਰਹੇ ਹੈਗੇ ਹਾਂ, ਪੂਰਾ ਹਲਕਾ ਘੁੰਮ ਰਹੇ ਹੈਗੇ ਹਾਂ ਤੇ ਇਸ ਵਕਤ ਤੇ ਜਿਹੜੀਆਂ ਚੋਣਾਂ ਨੇ, ਜ਼ਿਮਨੀ ਚੋਣਾਂ ਨੇ, ਉਮੀਦਵਾਰ, ਖਾਸ ਤੌਰ ਤੇ ਉਮੀਦਵਾਰ ਜਿਨ੍ਹਾਂ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ, ਕਮਲਦੀਪ ਕੌਰ ਰਾਜੋਆਣਾ, ਬਹੁਤ-ਬਹੁਤ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਇੱਕ ਗੱਲ ਜਾਣਨਾ ਚਾਹਾਂਗੇ, ਸਵਾਲ ਪਹਿਲਾਂ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਸਾਰੀ ਗੱਲ ਕਲੀਅਰ ਹੋ ਜਾਏਗੀ ਇਸ ਸਵਾਲ ਤੋਂ। ਇਹ ਜਿਹੜੀਆਂ ਚੋਣਾਂ ਲੜੀਆਂ ਜਾ ਰਹੀਆਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਤੇ ਲੜੀਆਂ ਜਾ ਰਹੀਆਂ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਆਂ ਜਾ ਰਹੀਆਂ? ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜੀਆਂ ਜਾ ਰਹੀਆਂ। ਉਹਦਾ ਕਾਰਨ ਇਹ ਆ ਕਿ ਅਸੀਂ ਬੰਦੀ ਸਿੰਘ ਪਰਿਵਾਰਾਂ ਨੇ ਇੱਕ ਲੰਬਾ ਸੰਤਾਪ ਹੰਡਾਇਆ ਗਾ, ਜਿੱਥੇ ਬੰਦੀ ਸਿੰਘ ਸਾਡੇ ਜੇਲ੍ਹ 'ਚ ਬੈਠੇ 30 ਸਾਲਾਂ ਤੋਂ ਬੈਠੇ ਨੇ, ਉੱਥੇ ਬੰਦੀ ਸਿੰਘ ਪਰਿਵਾਰ ਆ ਜਿਹੜੇ ਉਹ ਵੀ ਮਗਰ 28 ਸਾਲ, ਤੁਸੀਂ ਇਹ ਦੇਖ ਲਓ 30 ਸਾਲ 32 ਸਾਲ ਮੁਲਾਕਾਤਾਂ ਕਰਦੇ, ਸੰਘਰਸ਼ ਲੜਦੇ। ਅਸੀਂ ਤਾਂ ਸਾਰਾ ਸੰਘਰਸ਼ ਹੀ ਸੜਕਾਂ ਤੇ ਲੜਿਆ ਜੀ। ਤੇ ਇਹ ਹੁਣ ਮਤਲਬ ਇਹ ਚੀਜ਼ ਹੋਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹ ਆਦੇਸ਼ ਕੀਤਾ ਸੀ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਕਿ ਵੋਟ ਰਾਹੀਂ ਲੋਕਤੰਤਰਿਕ ਤਰੀਕੇ ਦੇ ਨਾਲ ਜਿਹੜੀ ਇਹ ਜਿਮਨੀ ਚੋਣ ਆਈ ਆ ਇਹਨੂੰ ਲੜ ਕੇ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੁਣ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾਵੇ ਤਾਂ ਕਿ ਰਿਹਾਈ ਹੋ ਸਕੇ, ਕਿਉਂਕਿ ਸਾਰੀਆਂ ਮਤਲਬ ਸਾਰੇ ਹੀਲੇ ਹਰਵੇ ਵਰਤੇ ਗਏ ਆ ਜੀ। ਦੇਖੋ 2019 ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕੇਂਦਰ ਸਰਕਾਰ ਨੇ ਕਿ ਮਤਲਬ 8 ਬੰਦੀ ਸਿੰਘਾਂ ਦੀ ਰਿਹਾਈ ਤੇ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਿਆ ਜਾਂਦਾ। 2.5 ਸਾਲ ਬੀਤ ਗਏ ਸੀ, ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ। ਕਿਉਂ ਲਾਗੂ ਨਹੀਂ ਕੀਤਾ ਜਾਂਦਾ? ਕਿਉਂਕਿ ਸਾਰੀਆਂ ਪੰਥਕ ਧਿਰਾਂ ਮਹਿਸੂਸ ਕਰਦੀਆਂ ਨੇ ਸਾਰੇ ਕਿ ਸਾਨੂੰ ਕਿਤੇ ਦੂਸਰੇ ਲੋਕਾਂ ਦੀ ਵੋਟ ਸਾਡੀ ਖਰਾਬ ਨਾ ਹੋ ਜੇ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸਪੀਚਾਂ ਦਿੰਦੇ ਹੁੰਦੇ ਸੀਗੇ ਕਿ ਮਤਲਬ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਅਸੀਂ ਕਰਾਵਾਂਗੇ, ਇੱਦਾਂ ਹੋਣੀ ਚਾਹੀਦੀ ਆ। ਤੇ ਅੱਜ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਕੇਸ ਆ ਤੇ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਦੀ ਰਿਹਾਈ ਹੋਵੇ। ਕੇਂਦਰ ਸਰਕਾਰ ਨੇ ਵੀ ਉਸ ਨੋਟੀਫਿਕੇਸ਼ਨ 'ਚ ਨਾਂ ਸੀਗਾ ਕਿ ਰਿਹਾਈ ਹੋਵੇ ਤੇ ਅੱਜ ਉਹਨਾਂ ਦੀ ਜਿਹੜੀ ਫਾਈਲ ਆ ਕੇਜਰੀਵਾਲ ਦੇ ਇੱਕ ਸਾਈਨ ਦੇ ਕਰਕੇ ਉਹਨਾਂ ਦੀ ਕਿਉਂ ਲੱਗਦਾ ਕਿ ਦਿੱਲੀ ਸਰਕਾਰ ਇਹ ਘੁੱਗੀ ਕਿਉਂ ਨਹੀਂ ਮਾਰ ਰਹੀ ਹੈਗੀ ਜੇ ਉਹਨਾਂ ਦੇ ਹੱਥ 'ਚ ਸਾਰਾ ਕੁਝ ਆ ਗਿਆ? ਵੋਟਾਂ ਦੇ ਕਰਕੇ ਉਹਨਾਂ ਨੂੰ ਇਹ ਆ ਕਿ ਬਾਕੀ ਭਾਈਚਾਰਿਆਂ ਦੀਆਂ ਵੋਟਾਂ ਕਿਤੇ ਸਾਨੂੰ ਇਹ ਨਾ ਹੋਵੇ ਕਿ ਜੀ ਪੈਣ ਨਾ, ਇਸ ਲਈ ਇਹਨਾਂ ਨੂੰ ਤਾਂ ਜੇਲ੍ਹਾਂ 'ਚ ਹੀ ਰੱਖੋ। ਤੇ ਜਦ ਉਹ ਵੋਟਾਂ ਦੇ ਕਰਕੇ ਸਾਨੂੰ ਮਤਲਬ ਸਾਡੇ ਵੀਰਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ ਤਾਂ ਸਾਰੀਆਂ ਪੰਥਕ ਧਿਰਾਂ, ਸੰਤ ਸਮਾਜ, ਨਿਹੰਗ ਸਿੰਘ ਬਾਬਾ ਜੀ ਹਰੀਆਂ ਬੇਲਾਂ ਵਾਲੇ ਸਾਰਿਆਂ ਨੇ ਉਹਨਾਂ ਦੇ ਬਿਆਨ ਆਏ ਸੀਗੇ ਕਿ ਆਪਾਂ ਵੀ ਵੋਟਾਂ ਦੇ ਰਾਹੀਂ ਲੋਕਾਂ ਦੇ ਕੋਲੇ ਜਾਈਏ, ਵੋਟ ਸਿਸਟਮ ਰਾਹੀਂ ਦਿੱਲੀ ਨੂੰ ਸੁਨੇਹਾ ਦਿੱਤਾ ਜਾਵੇ ਕਿ ਸਾਰੇ ਜਿਹੜਾ ਸਾਡਾ ਖਾਲਸਾ ਪੰਥ ਇਕੱਠਾ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਰਿਹਾ ਤੇ ਰਿਹਾਈ ਕੀਤੀ ਜਾਵੇ।
ਦਿਲ ਨਾਲ ਬਹੁਤ ਸਾਰੇ ਲੋਕਾਂ ਦਾ ਤੁਹਾਡੇ ਕਰਕੇ ਇਸ ਲਈ ਵੀ ਹੈ ਕਿਉਂਕਿ ਤੁਹਾਡੇ ਪਰਿਵਾਰ ਨੇ ਆਪ ਦੁੱਖ ਹੰਡਾਇਆ ਹੈਗਾ। ਜਿਨ੍ਹਾਂ ਦੇ ਘਰ ਆ ਕੇ ਨਿੱਕੀ ਜਿਹੀ ਕੁੜੀ ਨੂੰ ਗੋਲੀਆਂ ਮਾਰ ਜਾਣ, ਭੈਣ ਨੂੰ ਗੋਲੀਆਂ ਮਾਰ ਜਾ ਚੱਕ ਕੇ ਲੈ ਜਾਣ, ਮਤਲਬ ਇਹ ਸਾਰਾ ਕੁਝ ਜਿਹੜਾ ਹੈ ਜਦੋਂ ਇਹ ਅੱਖਾਂ ਦੇ ਸਾਹਮਣੇ ਆਉਂਦਾ ਬੜਾ ਔਖਾ ਹੁੰਦਾ ਜਰਨਾ। ਕਿਤੇ ਇਸ ਤਰ੍ਹਾਂ ਤੇ ਨਹੀਂ ਲੱਗਦਾ ਭੈਣ ਕਿ ਇਸਤੇਮਾਲ ਹੋ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਯਾਦ ਨਹੀਂ ਆਈ ਤੁਹਾਡੀ? ਨਹੀਂ, ਮੈਂ ਇਹ ਆ ਕਿ ਬਹੁਤ ਸੰਘਰਸ਼ ਲੜਿਆ। ਦੇਖੋ 2012 ਦੇ ਵਿੱਚ ਅਸੀਂ ਤਾਂ ਮਤਲਬ ਬਹੁਤ ਛੋਟੇ ਹੁੰਦੇ ਤੋਂ ਹੀ ਭੈਣ ਭਰਾ ਆਪਣੇ ਸ਼ਹੀਦ ਹੋਏ। ਸਾਡੇ ਤਾਂ ਮਾਤਾ ਪਿਤਾ ਵੀ ਮਤਲਬ ਕਿ ਇਸ ਦੁਨੀਆ 'ਚ ਨਹੀਂ ਰਹੇ, ਵੀਰ ਜੀ ਨੂੰ ਉਡੀਕਦੇ ਚਲੇ ਗਏ। ਮਤਲਬ 2012 ਦੇ ਵਿੱਚ ਸਮੁੱਚਾ ਖਾਲਸਾ ਪੰਥ ਸੜਕਾਂ ਤੇ ਆਇਆ ਸੀਗਾ ਤੇ ਉਸ ਟਾਈਮ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਉਹ ਰਾਸ਼ਟਰਪਤੀ ਕੋਲੇ ਅਪੀਲ ਪਾਉਣ ਤੇ ਉਸ ਟਾਈਮ ਜਿਹੜੀ ਉਹ ਅਪੀਲ ਅੱਜ ਤੱਕ ਉਸ 'ਤੇ ਫੈਸਲਾ ਨਹੀਂ ਹੋਇਆ। ਫਿਰ ਸੁਪਰੀਮ ਕੋਰਟ ਵੀ ਗਏ, ਫਿਰ ਉਹ ਵੀ ਸ਼੍ਰੋਮਣੀ ਕਮੇਟੀ ਮਤਲਬ ਗਈ ਤੇ ਉੱਥੇ ਵੀ 6 ਵਾਰ ਸੁਪਰੀਮ ਕੋਰਟ ਨੇ ਆਦੇਸ਼ ਕਰਤਾ ਕਿ ਫੈਸਲਾ ਕੀਤਾ ਜਾਵੇ। 6 ਵਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਵੀ ਫੈਸਲਾ ਨਹੀਂ ਹੋਇਆ। ਤਾਂ ਸਾਡੇ ਕੋਲੇ ਮਤਲਬ ਕਿ ਇਹੀ ਇੱਕ ਰਾਸਤਾ ਸੀ। ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਜਦੋਂ ਪਹਿਲਾਂ ਸਾਡੇ ਕੋਲੇ ਸੰਤ ਸਮਾਜ, ਬੰਦੀ ਸਿੰਘਾਂ ਦੇ ਪਰਿਵਾਰ ਸਾਰਿਆਂ ਨੇ ਫੈਸਲਾ ਕੀਤਾ। ਇੱਕ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਵਾਈਫ ਨੇ ਜਿਹੜੇ, ਪਹਿਲਾਂ ਉਹਨਾਂ ਭੈਣ ਜੀ ਨੂੰ ਕਿਹਾ ਗਿਆ ਸੀ ਕਿ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਖੜੇ ਹੋਵੋ, ਉਹਨਾਂ ਨੇ ਹਾਂ ਵੀ ਕਰ ਦਿੱਤੀ ਸੀ। ਪਰ ਫਿਰ ਹੋਇਆ ਕਿ ਉਹ ਕੈਨੇਡਾ ਦੇ ਸਿਟੀਜ਼ਨ ਨੇ। ਜਿਹੜੇ ਭਾਈ ਹਵਾਰਾ ਜੀ ਨੇ ਉਹਨਾਂ ਦਾ ਸਾਰਾ ਪਰਿਵਾਰ ਹੀ ਅਮਰੀਕਾ ਦੇ ਵਿੱਚ ਆ ਤੇ ਮਤਲਬ ਫਿਰ ਮੇਰੇ ਕੋਲੇ ਬੇਨਤੀ ਲੈ ਕੇ ਆਏ ਸੀਗੇ ਕਿ ਭੈਣ ਜੀ ਤੁਸੀਂ, ਤੁਹਾਡੇ ਪਰਿਵਾਰ ਨੇ ਇੰਨਾ ਸੰਤਾਪ ਹੰਢਾਇਆਗਾ, ਤੁਸੀਂ 28 ਸਾਲਾਂ ਤੋਂ ਭਾਈ ਰਾਜੋਆਣਾ ਦੇ ਕੇਸ ਦੀ ਦੇਖਭਾਲ ਕਰ ਰਹੇ ਹੋ ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਕੇਸ ਆ ਉਹ ਮਤਲਬ ਕਿ ਹੁਣ ਤੱਕ ਅਸੀਂ ਹੀ ਮਤਲਬ ਸਾਰਾ ਦੇਖ ਰੇਖ ਕਰ ਰਹੇ ਹਾਂ, ਅਸੀਂ ਹੀ ਸੁਣ ਰਹੇ ਹਾਂ। ਮਤਲਬ ਸਾਨੂੰ ਲਿੰਕ ਭੇਜਿਆ ਜਾਂਦਾਗਾ ਉਹਨਾਂ ਵੱਲੋਂ ਜਦੋਂ ਆਨਲਾਈਨ ਅਦਾਲਤ ਹੁੰਦੀ ਆ ਤਾਂ ਉਹ ਸਾਰਾ ਅਸੀਂ ਹੀ ਦੇਖਦੇ ਹਾਂ ਜੀ। ਤਾਂ ਉਸ ਟਾਈਮ ਵੀ ਮੈਂ ਅਸਮਰੱਥਾ ਜ਼ਾਹਰ ਕੀਤੀ ਸੀ, ਮੈਂ ਨਾਂ ਦੀ ਪੋਸਟ ਪਾਤੀ ਸੀ ਜੀ। ਨਹੀਂ, ਪਰ ਸਵਾਲ ਫਿਰ ਤੋਂ ਉਹੀ, ਕਿਤੇ ਇਦਾਂ ਤੇ ਨਹੀਂ ਕਿ ਵਰਤੇ ਜਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਸਿਆਸਤਾਂ ਦੇ ਵਿੱਚ, ਕਿਤੇ ਸੰਘਰਸ਼ ਡੁੱਬ ਨਾ ਜਾਏ, ਡਰ ਇਸ ਗੱਲ ਦਾ? ਨਹੀਂ, ਮੈਂ ਕਹੂੰਗੀ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਕੱਠਾ ਰਲ ਕੇ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਰਿਹਾ। ਜਿਵੇਂ ਭਾਈ ਦਵਿੰਦਰਪਾਲ ਸਿੰਘ ਦਾ ਕੇਸ ਆ, ਦੇਖੋ ਉਹ ਦਿੱਲੀ ਦਾ ਗਾ ਤਾਂ ਉਹ ਦਿੱਲੀ ਸਰਕਾਰ ਨੇ ਰਿਹਾਈ ਕਰਨੀ ਆ। ਜਿਵੇਂ ਗੁਰਦੀਪ ਸਿੰਘ ਖਹਿੜਾ ਵੀਰ ਜੀ ਦਾ ਕੇਸ ਆ, ਕਰਨਾਟਕਾ ਸਰਕਾਰ ਨੇ ਰਿਹਾਈ ਕਰਨੀ ਆ। ਜਿਹੜੇ ਸਾਡੇ ਵੀਰ ਜੀ ਹੁਣਾਂ ਦੇ ਕੇਸ ਨੇ ਉਹ ਚੰਡੀਗੜ੍ਹ ਦੇ ਨੇ ਤਾਂ ਉਹਨਾਂ ਨੇ ਰਿਹਾਈ ਕਰਨੀ ਆ। ਪੰਜਾਬ ਸਰਕਾਰ ਤਾਂ ਸਾਨੂੰ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਹ ਮਦਦ ਕਰਦੀ ਆ ਕਿ ਜਿਵੇਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸੀ, ਉਹਨਾਂ ਦੇ ਕੇਸ ਦੀ ਫੀਸ ਵੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕੀਲਾਂ ਦੀ ਦਿੱਤੀ ਜਾਂਦੀ ਆ। ਜਿਹੜਾ ਸਾਡੇ ਸੁਪਰੀਮ ਕੋਰਟ 'ਚ ਕੇਸ ਆ ਉਹਦੀ ਵੀ ਫੀਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸਾਰੀ ਦਿੱਤੀ ਜਾਂਦੀ ਹੈ। ਜਿਹੜੇ ਹੋਰ ਬੰਦੀ ਸਿੰਘ ਪਰਿਵਾਰ ਨੇ ਉਹਨਾਂ ਦੇ ਵੀ ਜਿਹੜੇ ਕੇਸ ਨੇ ਉਹਨਾਂ ਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਜਾਂਦੀ ਆ। ਤੇ ਇਸ ਤਰ੍ਹਾਂ ਮਤਲਬ ਹੁਣ ਇਹ ਸੀ ਕਿ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਸੀਗੀਆਂ, ਸਾਰੀਆਂ ਜਿਵੇਂ ਸੰਤ ਸਮਾਜ ਹੋ ਗਿਆ, ਬਾਬਾ ਜੀ ਹਰੀਆਂ ਵੇਲਾਂ ਵਾਲੇ ਹੋ ਗਏ, ਹੋਰ ਸਾਰੀਆਂ ਧਾਰਮਿਕ ਜਥੇਬੰਦੀਆਂ। ਅੱਜ ਵੀ ਤੁਸੀਂ ਦੇਖੋ ਕਿ ਧੰਨ ਛੇਵੇਂ ਪਾਤਸ਼ਾਹ ਬੰਦੀ ਛੁੜਦਾ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ, ਉੱਤੇ ਵੀ ਸਿੰਘ ਸਾਹਿਬ ਜੀ ਨੇ ਬਹੁਤ ਮਤਲਬ ਆਪਣੀ ਕੌਮ ਨੂੰ ਇਹੀ ਅਪੀਲ ਕੀਤੀ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਾ ਖਾਲਸਾ ਪੰਥ ਇਕੱਠਾ ਹੋਵੇ। ਸਾਡਾ ਦੇਖੋ, ਮੈਂ ਤਾਂ ਰਾਜਨੀਤੀ ਕਰਨ ਆਈ ਨਹੀਂ ਹੈਗੀ, ਨਾ ਹੀ ਮੇਰੀ ਕੋਈ ਇਹੋ ਜਿਹੀ ਇੱਛਾ ਹੈਗੀ, ਪਰ ਬੰਦੀ ਸਿੰਘ ਵੀਰਾਂ ਦੇ ਲਈ ਜਿਹੜਾ ਸੰਘਰਸ਼ ਆਪਦੇ ਭਰਾ ਦੇ ਲਈ, ਜਿਹੜੇ ਮੇਰੇ ਵੀਰ ਅੱਜ ਵੀ ਫਾਂਸੀ ਦੇ ਤਖਤੇ ਤੇ ਖੜੇ ਨੇ, ਵੀਰ ਜੀ ਰਾਜੋਆਣਾ ਜੀ, 28 ਸਾਲਾਂ ਬਾਅਦ ਵੀ ਸਾਡੀ ਕੌਮ ਦੀ ਇਹ ਪੀੜਾ ਗਈ, ਵੇਦਨਾ ਗਈ ਕਿ 28 ਸਾਲ ਬਾਅਦ ਵੀ ਅਸੀਂ ਫੈਸਲੇ ਦਾ ਉਡੀਕ ਕਰ ਰਹੇ ਹਾਂ। ਤੇ ਮੈਂ ਤਾਂ ਇੱਕ ਸੰਘਰਸ਼ ਵਜੋਂ ਮਤਲਬ ਕਿ ਇਹ ਵੀ ਇੱਕ ਸੰਘਰਸ਼ ਆ ਮੇਰੇ ਲਈ ਤਾਂ ਆਪਣੇ ਵੀਰਾਂ ਦੀ ਰਿਹਾਈ ਲਈ। ਜਦੋਂ ਰਾਜੋਆਣਾ ਸਾਹਿਬ ਨੂੰ ਜੇਲ੍ਹ 'ਚ ਮਿਲ ਕੇ ਆਏ, ਕੀ ਗੱਲਬਾਤ ਹੋਈ, ਕੀ ਕੁਝ ਖਾਸ ਗੱਲਬਾਤ ਹੋਈ? ਵੀਰ ਜੀ ਨੇ ਇਹੀ ਕਿਹਾ ਕਿ ਇੱਕ ਸਿੱਖ ਦਾ ਕੌਮ ਆ ਲੜਨਾ, ਤੇ ਵੀਰ ਜੀ ਨੇ ਇਹੀ ਕਿਹਾ ਸੀ ਕਿ ਆਜ਼ਾਦ ਤੌਰ ਤੇ ਚੋਣਾਂ ਲੜਨ ਦੇ ਅਸੀਂ ਸਮਰੱਥ ਨਹੀਂ ਹੈਗੇ, ਕੋਈ ਵੀ ਬੰਦੀ ਸਿੰਘ ਪਰਿਵਾਰ ਸਮਰੱਥ ਨਹੀਂ ਹੈਗਾ। ਜੇਕਰ ਸ਼੍ਰੋਮਣੀ ਅਕਾਲੀ ਦਲ ਸਾਨੂੰ ਟਿਕਟ ਦਿੱਤੀ ਜਾਂਦੀ ਔਰ ਸਾਰੀਆਂ ਮਤਲਬ ਸੰਤ ਸਮਾਜ, ਨਿਹੰਗ ਜਥੇਬੰਦੀਆਂ, ਹੋਰ ਪੰਥਕ ਧਿਰਾਂ ਇਹਦੇ ਤੇ ਸਹਿਮਤੀ ਨੇ ਤਾਂ ਮਤਲਬ ਕਿ ਇਹ ਚੋਣ ਲੜੀ ਜਾਵੇ। ਵੀ ਅਸੀਂ ਤਾਂ ਸੰਘਰਸ਼ ਕਰ ਰਹੇ ਹਾਂ, ਮੈਂ ਤਾਂ ਇੰਨੇ ਟਾਈਮ ਤੋਂ ਇੱਕ ਭੈਣ, ਤੇ ਸਾਡੇ ਲਈ ਤਾਂ ਇੱਕ ਸੰਘਰਸ਼ ਆ ਬੰਦੀ ਸਿੰਘਾਂ ਦੇ ਲਈ। ਪੰਥਕ ਏਜੰਡਾ ਤੁਹਾਡਾ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ, ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਚਾਹੁੰਦੇ ਉਹੀ ਵੀ ਇਹੀ ਹੈ, ਪੈਂਡਾ ਉਹੀ, ਚਾਹਤ ਉਹੀ, ਸਾਰਾ ਕੁਝ ਉਹੀ, ਤੇ ਜਿੱਥੇ ਨਜ਼ਰ ਹੈ ਉਹ ਵੀ ਇੱਕੋ ਹੀ ਸੀਟ ਆ, ਉੱਥੇ ਇੱਕੋ ਨੇ ਕਿਸੇ ਨੇ ਪਹੁੰਚਣਾ ਹੈਗਾ। ਗੱਲ ਨਹੀਂ ਬਣੀ, ਸਾਰੇ ਚੈਨਲਾਂ ਨੇ ਤੁਹਾਨੂੰ ਗੱਲ ਪੁੱਛੀ, ਤੁਸੀਂ ਉਹਨਾਂ ਨੂੰ ਬਾਅਦ 'ਚ ਕਦੀ ਕਹਿਣ ਦੀ, ਮਨਾਉਣ ਦੀ ਕੋਈ ਗੱਲ ਹੋਈ, ਕੋਈ ਕੋਸ਼ਿਸ਼ ਹੋਈ ਆ, ਉਹਨਾਂ ਵੱਲੋਂ ਕੋਈ ਗੱਲ ਕਰਨ ਦੀ ਕੋਸ਼ਿਸ਼ ਹੋਈ ਇਸ ਬਾਬਤ? ਦੇਖੋ, ਮਾਨ ਸਾਹਿਬ ਜੀ ਨੂੰ ਅਸੀਂ ਵੀ ਬੇਨਤੀ ਕੀਤੀ, ਅਸੀਂ ਤਾਂ ਆਪਣੇ ਘਰੇ ਜਾ ਕੇ ਮਾਨ ਸਾਹਿਬ ਜੀ ਨੂੰ ਦਿਖਾਇਆ ਕਰਕੇ, ਦੇਖੋ ਮਾਨ ਸਾਹਿਬ ਜੀ ਬੰਦੀ ਸਿੰਘਾਂ ਦੇ ਘਰ ਕਿਵੇਂ ਉਜੜੇ ਹੋਏ ਨੇ, ਤੁਸੀਂ ਤਾਂ ਮਹਿਲਾਂ ਦੇ ਵਿੱਚ ਬੈਠੇ ਹੋ।
ਤੇ ਸਾਡੇ ਵੀਰ ਜੀ ਰਾਜੋਆਣਾ ਜੀ ਨੇ ਵੀ ਬੇਨਤੀ ਕੀਤੀ, ਹੋਰ ਪੰਥਕ ਧਿਰਾਂ ਨੇ ਵੀ ਬੇਨਤੀ ਕੀਤੀ, ਬਹੁਤ ਮਤਲਬ ਬਿਨਾਂ ਮੀਡੀਆ 'ਚ ਆਏ ਵੀ ਪੰਥਕ ਧਿਰਾਂ ਨੇ ਬੇਨਤੀ ਕੀਤੀ ਆ, ਤੇ ਸ਼੍ਰੋਮਣੀ ਅਕਾਲੀ ਦਲ ਵੀ ਬੇਨਤੀ ਕੀਤੀ ਗਈ ਸੀਗੀ। ਦੇਖੋ ਜਦੋਂ ਮਾਨ ਸਾਹਿਬ ਜੇਲ੍ਹ ਦੇ ਵਿੱਚ ਸੀਗੇ, ਪੂਰੇ ਖਾਲਸਾ ਪੰਥ ਨੇ ਉਹਨਾਂ ਨੂੰ ਜੇਲ੍ਹ 'ਚੋਂ ਕਢਾਇਆ ਸੀ। ਮਾਨ ਸਾਹਿਬ ਸਤਿਕਾਰਯੋਗ ਨੇ, ਮਾਨ ਸਾਹਿਬ ਦੀ 5 ਸਾਲ ਜੇਲ੍ਹ ਸੀ, ਪਰ ਇੱਥੇ ਤਾਂ ਸਾਡੇ ਜਿਹੜੇ ਬੰਦੇ 99 ਚ ਗਏ ਸੀ ਜੇਲ੍ਹ 'ਚ? ਹਾਂਜੀ 89 ਦੇ ਵਿੱਚ 5 ਸਾਲ ਦੇ ਲਈ ਜੇਲ੍ਹ ਸੀ, ਤੇ ਜਿਹੜੇ ਸਾਡੇ ਵੀਰ ਨੇ ਤਾਂ 28 30 ਸਾਲ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ। ਤੇ ਇੱਥੇ ਮੇਰੇ ਮਨ 'ਚ ਇੱਕ ਸਵਾਲ ਮਨ 'ਚ ਆਉਂਦਾ ਕਿ ਜਦੋਂ 89 ਦੇ ਵਿੱਚ ਮਾਨ ਸਾਹਿਬ ਜੀ ਨੂੰ ਜਿਤਾਇਆ ਗਿਆ ਸੀ, ਉਦੋਂ ਪੰਜਾਬ ਦੇ ਵਿੱਚ ਮੇਰੇ ਵੀਰਾਂ ਦਾ ਘਾਣ ਹੋ ਰਿਹਾ ਸੀ। ਉਹਦੀ 92 ਦੇ ਵਿੱਚ 90 ਦੇ ਵਿੱਚ ਮਤਲਬ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਜਾ ਰਿਹਾ ਸੀ। ਕੋਈ ਮਤਲਬ ਮਾਂ ਪਿਓ ਆਪਣੇ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਸਿਵਿਆਂ ਦੇ ਵਿੱਚ ਲੱਭਦੇ ਫਿਰਦੇ ਸੀ, ਠੀਕ ਹੈ। ਤੇ ਉਸ ਟਾਈਮ ਮਾਨ ਸਾਹਿਬ ਜੀ ਨੂੰ ਪੂਰੇ ਖਾਲਸਾ ਪੰਥ ਨੇ ਮੌਕਾ ਦਿੱਤਾ ਸੀ। ਜੇਕਰ ਮਾਨ ਸਾਹਿਬ ਜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਤਾਂ ਸ਼ਾਇਦ ਸਾਡੇ ਜਿਹੜੇ ਅੱਜ ਭਰਾ ਨੇ ਜਿਉਂਦੇ ਹੁੰਦੇ। ਸਾਡੇ 18 ਸਾਲਾਂ ਦੇ ਭਰਾ ਸ਼ਾਇਦ ਇਸ ਤਰ੍ਹਾਂ ਲਵਾਰਿਸ ਲਾਸ਼ ਕਰਾ ਕੇ ਸਾੜ ਨਾ ਦਿੱਤੇ ਹੁੰਦੇ। ਬੜੀ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਹਾਂਜੀ, ਤੇ ਜੇ ਮਾਨ ਸਾਹਿਬ ਨੂੰ ਉਦੋਂ ਸਾਡਾ ਦਰਦ ਨਜ਼ਰ ਨਹੀਂ ਆਇਆ। ਇੱਥੇ ਮੈਂ ਹੋਰ ਵੀ ਗੱਲ ਤੁਹਾਨੂੰ ਦੱਸਦੀ ਹਾਂ ਕਿ 28 ਸਾਲਾਂ ਦੇ ਵਿੱਚ ਪਹਿਲੀ ਵਾਰ ਮੇਰੇ ਵੀਰ ਜੀ ਦੀ ਰਾਜੋਆਣਾ ਜੀ ਦੀ ਪੈਰੋਲ ਹੋਈ 1 ਘੰਟੇ ਲਈ, ਜਦੋਂ ਮੇਰੇ ਫਾਦਰ ਸਾਹਿਬ ਦਾ ਅੰਤਿਮ ਅਰਦਾਸ 'ਚ ਸ਼ਾਮਲ ਹੋਏ। ਪਰ ਉਹਦੇ 'ਚ ਵੀ ਅੰਤਿਮ ਸੰਸਕਾਰ ਤੇ ਮਤਲਬ ਉਹਨਾਂ ਦੇ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਅੰਤਿਮ ਅਰਦਾਸ ਦੇ ਵਿੱਚ 1 ਘੰਟੇ ਦੀ ਇਜਾਜ਼ਤ ਮਿਲੀ ਸੀ। ਮਾਨ ਸਾਹਿਬ ਜੀ ਤਾਂ ਅਫਸੋਸ ਕਰਨ ਵੀ ਨਹੀਂ ਆਏ। ਤੇ ਕਿਵੇਂ ਹਾਈ ਕੋਰਟ 'ਚ ਜਾ ਕੇ ਅਸੀਂ ਮਤਲਬ ਉਹਦੇ 'ਚ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਮਤਲਬ ਸਾਡੀ ਜਿਹੜੀ ਉਹ ਕਰਵਾਈ ਆ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ 'ਚ ਸਾਡੀ ਅਪੀਲ ਲਗਾਈ ਸੀ ਜੀ। ਤੇ ਮਾਨ ਸਾਹਿਬ ਤਾਂ ਕਦੇ ਸਾਡਾ ਦਰਦਾਂ 'ਚ ਸ਼ਾਮਲ ਹੀ ਨਹੀਂ ਹੋਏ। ਫਿਰ ਮੈਂ ਹੋਰ ਵੀ ਤੁਹਾਨੂੰ ਇੱਥੇ ਕਹਿਣਾ ਚਾਹਾਂਗੀ ਕਿ ਮੇਰੇ ਵੀਰ ਜੀ ਅੱਜ ਫਾਂਸੀ ਕੋਠੀ ਦੇ ਵਿੱਚ 15 ਸਾਲਾਂ ਤੋਂ ਨੇ। ਮਾਨ ਸਾਹਿਬ ਜੀ ਕਦੇ ਪਟਿਆਲੇ ਚੱਲ ਕੇ ਆਏ ਹੁਣ ਬੰਦੀ ਸਿੰਘਾਂ ਦੇ ਦਰਦ ਲਈ, ਕਦੇ ਕੋਈ ਇੱਕ ਵੀ ਮੁਲਾਕਾਤ ਕੀਤੀ ਹੋਏ। ਫਿਰ ਵੀ ਅਸੀਂ ਕਹਿੰਦੇ ਹਾਂ ਸਾਡੇ ਸਤਿਕਾਰਯੋਗ ਆ, ਸਾਡੇ ਬਜ਼ੁਰਗ ਆ, ਪਰ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਦਰਦ ਤੇ ਬੰਦੀ ਸਿੰਘਾਂ ਦੀ ਜਿਹੜੀ ਵੇਦਨਾ ਗੀ ਉਹ ਉਹਨਾਂ ਦੇ ਪਰਿਵਾਰ ਹੀ ਜਾਣਦੇ ਆ ਜੀ। ਤੁਹਾਨੂੰ ਨਹੀਂ ਲੱਗਦਾ ਕਿ ਨੌਜਵਾਨ ਜਿਹੜੇ ਆ ਉਹ ਲਾਸਟ ਜਿਹੜੀਆਂ ਸਿੱਧੂ ਮੂਸੇਵਾਲੇ ਨਾਲ ਉਹਨਾਂ ਦੀਆਂ ਫੋਟੋਜ਼ ਵਗੈਰਾ ਵਾਇਰਲ ਹੋਈਆਂ, ਉਹ ਥੋੜਾ ਉਸ ਪਾਸੇ ਵੱਲ ਨੂੰ ਹੋ ਗਿਆ, ਸਿਮਰਨਜੀਤ ਸਿੰਘ ਮਾਨ ਵਾਲੇ ਪਾਸੇ ਨੂੰ? ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਠੀਕ ਹੈ, ਜਿਹੜਾ ਜਦੋਂ ਮੈਂ ਤਾਂ ਫਿਰ ਕਹਾਂਗੀ ਜਦ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਸੀ, ਜੇ ਮਾਨ ਸਾਹਿਬ ਜੀ ਨੂੰ ਉਸ ਟਾਈਮ ਉਹਨਾਂ ਦਾ ਦਰਦ ਨਹੀਂ ਨਜ਼ਰ ਆਇਆ ਤੇ ਹੁਣ ਬੰਦੀ ਸਿੰਘਾਂ ਦਾ ਦਰਦ ਨਹੀਂ ਨਜ਼ਰ ਆਇਆ। ਇਹ ਨੌਜਵਾਨਾਂ ਨੇ ਫੈਸਲਾ ਕਰਨਾ ਕਿ ਜਦੋਂ ਮਾਨ ਸਾਹਿਬ ਜੇਲ੍ਹ ਦੇ ਵਿੱਚ ਸੀ ਉਦੋਂ ਖਾਲਸਾ ਪੰਥ ਨੇ ਉਹਨਾਂ ਨੂੰ ਜਿਤਾਇਆ। ਇਹ ਨੌਜਵਾਨਾਂ ਨੇ ਫੈਸਲਾ ਕਰਨਾ ਕਿ ਜਿਹੜੇ ਸਾਡੇ ਬੰਦੀ ਸਿੰਘ 28 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੇ ਉਜੜੇ ਹੋਏ ਘਰ ਅੱਜ ਵੀ ਉਹਨਾਂ ਦੀ ਉਡੀਕ ਕਰ ਰਹੇ ਨੇ। ਤੇ ਕਿਹਦੀ ਕੁਰਬਾਨੀ ਵੱਡੀ ਆ? ਮਾਨ ਸਾਹਿਬ ਦੀ ਵੀ ਬਹੁਤ ਵੱਡੀ ਕੁਰਬਾਨੀ ਆ, ਪਰ 28 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਕੌਣ ਬੈਠਾ ਹੋਇਆ ਤੇ ਕੌਣ ਪਰਿਵਾਰ ਆ ਜਿਹੜੇ ਸੰਘਰਸ਼ ਕਰ ਰਹੇ ਨੇ? ਇੱਕ ਆਖਰੀ ਸਵਾਲ, ਕਿਉਂਕਿ ਤੁਸੀਂ ਵੀ ਅੱਗੇ ਜਾਣਾ ਹੈ। ਮੈਂ ਪੋਸਟਰ ਦੇਖਦੀ ਹਾਂ ਤੁਹਾਡੇ ਲੱਗੇ ਹੋਏ, ਉਹਦੇ ਤੇ ਕਿਤੇ ਵੱਡੇ ਬਾਦਲ ਸਾਹਿਬ ਜਾਂ ਛੋਟੇ ਬਾਦਲ ਸਾਹਿਬ ਦੀ ਤਸਵੀਰ ਨਜ਼ਰ ਨਹੀਂ ਆਉਂਦੀ, ਸਿਰਫ ਤੁਹਾਡੀ ਤੇ ਤੁਹਾਡੇ ਭਰਾ ਦੀ ਤਸਵੀਰ ਨਜ਼ਰ ਆਉਂਦੀ ਹੈ। ਜਦ ਕਿ ਅੱਜ ਤੱਕ ਮੈਨੂੰ 20 ਸਾਲ ਹੋ ਗਏ ਕਰੀਅਰ 'ਚ, ਜੋ ਵੀ ਚੋਣਾਂ ਹੁੰਦੀਆਂ ਉਹਨਾਂ ਦੀ ਤਸਵੀਰਾਂ ਜ਼ਰੂਰ ਚਮਕਦੀਆਂ ਹੁੰਦੀਆਂ। ਇਸ ਵਾਰ ਕਿਉਂ ਨਹੀਂ? ਇਸ ਵਾਰ ਇਸ ਚੀਜ਼ ਆ ਕਿ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਗਾ ਇਹੀ ਆ, ਤੇ ਉਹਦੇ ਵਿੱਚ ਸਭ ਤੋਂ ਵੱਡਾ ਮਸਲਾ ਵੀਰ ਜੀ ਦਾ 28 ਸਾਲ 'ਚ ਮੈਂ ਕਹਿੰਦੀ ਆ ਦੇਸ਼ ਦੇ ਵਿੱਚ ਪਹਿਲਾ ਕੇਸ ਹੋਏਗਾ ਕਿ 28 ਸਾਲ ਬਾਅਦ ਵੀ ਫੈਸਲਾ ਨਹੀਂ ਹੋ ਰਿਹਾ। ਤਾਂ ਜਿਹੜੀ ਗੱਲ ਸਾਡੇ ਨਾਲ ਹੋਈ ਸੀ ਉਹ ਇਹ ਸੀ ਕਿ ਮਤਲਬ ਉਹ ਕਹਿੰਦੇ ਸੀ ਕਿ ਅਸੀਂ ਉੱਪਰ ਫੋਟੋ ਨਹੀਂ ਲਾਉਣੀਆਂ ਹੈਗੀਆਂ ਵੀਰ ਜੀ ਦੀ ਫੋਟੋ ਦੇ ਉੱਪਰ। ਕੋਈ ਇਸ 'ਚ ਸਿਆਸੀ ਕਾਰਨ ਤੇ ਨਹੀਂ? ਨਹੀਂ, ਸਿਆਸੀ ਕਾਰਨ ਨਹੀਂ। ਉਹ ਕਹਿੰਦੇ ਸੀ ਕਿ ਅਸੀਂ ਉੱਪਰ ਭਾਈ ਰਾਜੋਆਣਾ ਦੇ ਉੱਪਰ ਅਸੀਂ ਆਪਦੀਆਂ ਫੋਟੋਆਂ ਨਹੀਂ ਲਾ ਸਕਦੇ, ਤੇ ਫਿਰ ਅਸੀਂ ਇਹ ਕਿਹਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਨੀਚੇ ਆਪਦੀਆਂ ਫੋਟੋਆਂ ਲਾਓ। ਮੈਂ ਨਾ ਬੰਦੀ ਸਿੰਘਾਂ ਨੂੰ ਸਿਰਫ ਮੁੱਦਾ ਨਹੀਂ ਕਹਿ ਰਹੀ, ਕਿਉਂਕਿ ਬਹੁਤ ਵੱਡਾ ਮੁੱਦਾ ਇਹ, ਪਰ ਉਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਕਿ ਹੋਰ ਕੋਈ ਸੋਸ਼ਲ ਮੁੱਦੇ ਜਿਹੜੇ ਸੰਗਰੂਰ ਦੇ ਲੋਕਾਂ ਦੇ ਪੂਰੇ ਹੋਣੇ ਚਾਹੀਦੇ ਆ, ਦਿੱਕਤਾਂ ਪੂਰੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਹੁਣ ਰੁਤਬਾ ਜੇ ਜਿੱਤੋਗੇ ਤਾਂ ਵੱਡਾ ਮਿਲੂਗਾ? ਦੇਖੋ ਅਸੀਂ ਜਾਣਦੇ ਹਾਂ ਕਿ ਲੋਕਾਂ ਦੇ ਬਹੁਤ ਸਾਰੇ ਮੁੱਦੇ ਨੇ, ਲੋਕਾਂ ਦੇ ਬਹੁਤ ਸਾਰੇ ਮਸਲੇ ਨੇ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਇਹੀ ਸੋਚ ਕੇ ਜਿਤਾਇਆ ਸੀ ਕਿ ਸਾਡੇ ਮਤਲਬ ਮਸਲੇ ਹੱਲ ਕਰ ਦੇਣ। ਤੁਹਾਡੇ ਸਾਹਮਣੇ ਹੀ ਆ ਕਿ ਕੀ ਹੱਲ ਹੋਇਆ। ਪਰ ਮੈਂ ਕਹਾਂਗੀ ਕਿ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਗਾ, ਸਾਡੇ ਵੀਰਾਂ ਦਾ ਲੰਬੀਆਂ ਜੇਲ੍ਹਾਂ ਦਾ, ਉਹ ਸਭ ਤੋਂ ਇਸ ਟਾਈਮ ਵੱਡਾ ਮਸਲਾ ਗਾ, ਤੇ ਅਸੀਂ ਉਹਦੇ ਲਈ ਅਸੀਂ ਸਾਰੇ ਫਰਜ਼ ਆਪਣੇ ਪੂਰੇ ਕਰਾਂਗੇ, ਪਰ ਉਹਨਾਂ ਦੇ ਲਈ ਅਸੀਂ ਉਹਨਾਂ ਦੇ ਮਤਲਬ ਆਸ ਕਰਦੇ ਹਾਂ ਕਿ ਸਾਡਾ ਸਾਥ ਦੇਣ। ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਸਾਡੇ ਨਾਲ ਕਮਲਦੀਪ ਕੌਰ ਰਾਜੋਆਣਾ, ਉਹਨਾਂ ਨੇ ਆਪਣਾ ਹਰ ਏਜੰਡਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਕਲੀਅਰ ਕੀਤਾ ਹੈਗਾ। ਹੁਣ ਫੈਸਲਾ ਜਿਹੜਾ ਹੈ ਉਹ ਆਵਾਮ ਦਾ ਹੈ ਕਿ ਸਰਤਾਜੇ ਸੰਗਰੂਰ ਕੌਣ ਹੋਏਗਾ। ਵੀਡੀਓ ਜਰਨਲਿਸਟ ਪ੍ਰਵੀਨ ਦੇ ਨਾਲ ਪੁਨੀਤ ਕੌਰ, ਸਕਾਈ ਨਿਊਜ਼ ਪੰਜਾਬ।